गुड मॉर्निंग स्टूडेंट्स। ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਥਰਮਲ ਕੰਡਕਟਿਵਿਟੀ। ਥਰਮਲ ਕੰਡਕਟਿਵਿਟੀ ਦਾ ਕੀ ਮਤਲਬ ਹੈਗਾ ਕਿ ਕੋਈ ਵੀ ਸਬਸਟੈਂਸ ਆਪਣੇ ਅੰਦਰੋਂ ਕਿੰਨੀ ਹੀਟ ਪਾਸ ਕਰ ਸਕਦਾ ਹੈਗਾ, ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਥਰਮਲ ਕੰਡਕਟਿਵਿਟੀ। ਸੋ ਵੀ ਵਿਲ ਡਿਫਾਈਨ ਥਰਮਲ ਕੰਡਕਟਿਵਿਟੀ ਐਜ਼, ਔਰ ਸਾਨੂੰ ਪਤਾ ਹੈ ਕਿ ਹਰ ਜਿਹੜਾ ਸਬਸਟੈਂਸ ਹੈ, ਹਰ ਬੋਡੀ ਜਿਹੜੀ ਹੈਗੀ ਹੈ ਉਹਦੀ ਡਿਫਰੈਂਟ ਐਬਿਲਿਟੀ ਹੁੰਦੀ ਹੈਗੀ ਹੈ ਟੂ ਕੰਡਕਟ ਦਾ ਹੀਟ। ਸਾਰੇ ਇੱਕੋ ਜਿਹੀ ਹੀਟ ਆਪਣੇ ਥਰੂ ਪਾਸ ਨਹੀਂ ਕਰਦੇ ਹੈਗੇ ਆ। ਸੋ ਡੈਫੀਨੇਸ਼ਨ ਕੀ ਹੋਈ? ਐਬਿਲਿਟੀ ਆਫ ਦਾ ਮਟੀਰੀਅਲ ਟੂ ਕੰਡਕਟ ਹੀਟ ਥਰੂ ਇਟ ਇਜ਼ ਕਾਲਡ ਥਰਮਲ ਕੰਡਕਟਿਵਿਟੀ। ਮੀਨਸ ਕਿਸੇ ਵੀ ਮਟੀਰੀਅਲ ਦੀ ਇੱਕ ਸ਼ਮਤਾ ਹੁੰਦੀ ਹੈ ਆਪਣੇ ਅੰਦਰੋਂ ਹੀਟ ਪਾਸ ਕਰਨ ਦੀ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹੈਗੇ ਆ? ਥਰਮਲ ਕੰਡਕਟਿਵਿਟੀ। ਔਰ ਇਹ ਜਿਹੜੀ ਥਰਮਲ ਕੰਡਕਟਿਵਿਟੀ ਹੈ ਕਿਹੜੇ ਕਿਹੜੇ ਫੈਕਟਰਸ ਦੇ ਉੱਤੇ ਡਿਪੈਂਡ ਕਰਦੀ ਪਈ ਹੈਗੀ ਆ, ਉਹ ਹੁਣ ਆਪਾਂ ਇਹਦੇ ਵਿੱਚ ਪੜਾਂਗੇ। ਤਾਂ ਉਹਦੇ ਵਾਸਤੇ ਆਪਾਂ ਕੀ ਕਰਦੇ ਹੈਗੇ ਆ, ਇੱਕ ਸਲੈਬ, ਸੋਲਿਡ ਸਲੈਬ ਲੈ ਲੈਂਦੇ ਹੈਗੇ ਆ ਜਿਹੜਾ ਇੱਕ ਕਿਊਬੋਇਡ ਦੀ ਫਾਰਮ ਦੇ ਵਿੱਚ ਹੈਗਾ। ਜਿਹੜਾ ਇੱਕ ਇਹ ਦੋ ਪੈਰਲਲ ਫੇਸਿਸ ਹੈ, ਆਹ ਵਾਲਾ ਔਰ ਆਹ ਵਾਲਾ ਕਿਊਬੋਇਡ ਦੇ ਜਿਹੜੇ ਆਪਸ ਦੇ ਪੈਰਲਲ ਫੇਸਿਸ ਹੈ, ਤੇ ਇਹਨਾਂ ਦਾ ਏਰੀਆ ਕਿੰਨਾ ਹੈਗਾ ਹੈ? A। ਦੋਨਾਂ ਦਾ ਏਰੀਆ ਕੀ ਹੈਗਾ? ਸੇਮ ਹੈਗਾ। ਔਰ ਡਿਸਟੈਂਸ ਬਿਟਵੀਨ ਦ ਟੂ ਸਲੈਬ ਇਜ਼ x। ਦੋ ਫੇਸਿਸ ਦੇ ਵਿੱਚ ਦਾ ਜਿਹੜਾ ਉਹਨਾਂ ਦਾ ਡਿਸਟੈਂਸ ਹੈਗਾ ਉਹ ਕਿੰਨਾ ਹੈਗਾ ਤੁਹਾਡਾ? x। ਔਰ ਆਪਾਂ ਅਸਿਊਮ ਕਰਦੇ ਹਾਂ ਕਿ ਜਿਹੜਾ ਸਲੈਬ 1 ਹੈਗੀ ਹੈ ਇਹ ਏਰੀਆ ਦੀ, ਉਹਦਾ ਟੈਂਪਰੇਚਰ ਕਿੰਨਾ ਹੈਗਾ? θ1। ਤੇ ਜਿਹੜੀ ਸਲੈਬ 2 ਹੈਗੀ ਹੈ ਉਹਦਾ ਟੈਂਪਰੇਚਰ ਹੈਗਾ θ2। ਔਰ ਆਪਾਂ ਅਸਿਊਮ ਕੀਤਾ ਹੈਗਾ ਕਿ ਟੈਂਪਰੇਚਰ ਜਿਹੜਾ ਹੈ θ1 ਇਜ਼ ਗ੍ਰੇਟਰ ਦੈਨ θ2। ਯਾਨੀ ਕਿ ਜਿਹੜਾ ਫਸਟ ਸਲੈਬ ਹੈਗੀ ਹੈ ਫੇਸ ਇਹ ਵਾਲਾ, ਇਹ ਜਿਹੜਾ ਹੈਗਾ ਹੌਟ ਹੈਗਾ, ਤੇ ਦੂਜਾ ਜਿਹੜਾ ਫੇਸ ਹੈਗਾ ਉਹ ਤੁਹਾਡਾ ਕੋਲਡ ਹੈਗਾ। ਸਾਨੂੰ ਟੈਂਪਰੇਚਰ ਡਿਫਰੈਂਸ ਅਗਰ ਅਸੀਂ ਰੱਖਾਂਗੇ ਤਾਂ ਹੀ ਜਿਹੜੀ ਸਾਡੀ ਹੀਟ ਹੈਗੀ ਹੈ ਇਸ ਡਾਇਰੈਕਸ਼ਨ ਦੇ ਵਿੱਚ ਫਲੋ ਕਰੇਗੀ, ਫਰੋਮ ਫੇਸ 1 ਟੂ ਦ ਫੇਸ 2 ਆਫ ਦ ਬੋਡੀ। ਠੀਕ ਹੈ ਬੱਚੋ। ਤੇ ਹੁਣ ਆਪਾਂ ਕੱਢਣਾ ਹੈਗਾ ਕਿ ਕਿੰਨੀ ਹੀਟ ਜਿਹੜੀ ਹੈਗੀ ਹੈ ਫਲੋ ਕਰੇਗੀ ਇਹ ਪੁਆਇੰਟ ਜਿਹੜੇ ਫਸਟ ਫੇਸ ਤੋਂ ਸੈਕਿੰਡ ਫੇਸ ਤੱਕ। तो amount of heat Q which flows from hot phase to cold phase ਸਭ ਤੋਂ ਪਹਿਲਾਂ ਕਿਹਦੇ ਉੱਤੇ ਡਿਪੈਂਡ ਕਰੇਗੀ? It will depend upon the area of the slab। Means ਉਸ ਜਿਹੜਾ ਸਰਫੇਸ ਹੈਗਾ ਹੈ ਬੋਡੀ ਜਿਹਦੇ ਵਿੱਚੋਂ ਫੇਸ 1 ਦਾ ਏਰੀਆ ਹੈਗਾ, ਉਸ ਚੀਜ਼ ਦੇ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈਗੀ ਹੈ। ਜਿੰਨਾ ਬੋਡੀ ਦਾ ਏਰੀਆ ਜ਼ਿਆਦਾ ਹੋਏਗਾ ਉਨੀ ਉਹਦੇ ਵਿੱਚੋਂ ਹੀਟ ਜ਼ਿਆਦਾ ਪਾਸ ਕਰੇਗੀ, ਜਿੰਨਾ ਏਰੀਆ ਘੱਟ ਹੋਏਗਾ ਉਨੀ ਹੀਟ ਉਹਦੇ ਵਿੱਚੋਂ ਘੱਟ ਪਾਸ ਕਰੇਗੀ। ਦੂਜਾ ਪੁਆਇੰਟ ਕੀ ਹੈ? ਇਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦ ਟੈਂਪਰੇਚਰ ਡਿਫਰੈਂਸ ਬਿਟਵੀਨ ਦ ਟੂ ਫੇਸਿਸ। ਜਿਹੜੇ ਫੇਸ 1 ਤੇ ਫੇਸ 2 ਹੈ, ਆਹ ਵਾਲੇ ਫੇਸ, ਜਿੰਨਾ ਜ਼ਿਆਦਾ ਇਹਨਾਂ ਦੋਨਾਂ ਦੇ ਵਿੱਚ ਟੈਂਪਰੇਚਰ ਡਿਫਰੈਂਸ ਹੋਏਗਾ ਉਨੀ ਜ਼ਿਆਦਾ ਹੀਟ ਜਿਹੜੀ ਹੈਗੀ ਹੈ ਸਾਡੀ ਫਲੋ ਕਰੇਗੀ। ਸੋ the Q is directly proportional to θ1 minus θ2। ਜਿੰਨਾ ਘੱਟ ਟੈਂਪਰੇਚਰ ਡਿਫਰੈਂਸ ਹੋਏਗਾ ਉਨੀ ਘੱਟ ਹੀਟ ਤੁਹਾਡੀ ਫਲੋ ਕਰੇਗੀ, ਕਿਉਂਕਿ ਤੁਹਾਨੂੰ ਪਤਾ ਹੈਗਾ ਹੀਟ ਜਿਹੜੀ ਫਲੋ ਕਰਦੀ ਹੈ ਸਾਡੀ ਫਰੋਮ ਹਾਇਰ ਟੈਂਪਰੇਚਰ ਆਫ ਦਾ ਬੋਡੀ ਟੂ ਲੋਅਰ ਟੈਂਪਰੇਚਰ ਆਫ ਦਾ ਬੋਡੀ। ਤੀਜੀ ਚੀਜ਼ ਜਿਹਦੇ ਉੱਤੇ ਉਹ ਡਿਪੈਂਡ ਕਰਦਾ ਹੈਗਾ ਅਮਾਊਂਟ ਆਫ ਹੀਟ ਫਲੋ, ਇਟ ਇਜ਼ ਦ ਟਾਈਮ। ਜਿੰਨੀ ਦੇਰ ਵਾਸਤੇ ਤੁਸੀਂ ਹੀਟ ਫਲੋ ਕਰਵਾਓਗੇ ਉਨੀ ਜ਼ਿਆਦਾ ਹੀਟ ਫਲੋ ਕਰੇਗੀ, ਜਿੰਨੇ ਘੱਟ ਟਾਈਮ ਵਾਸਤੇ ਤੁਸੀਂ ਹੀਟ ਫਲੋ ਕਰਾਓਗੇ ਉਨੀ ਘੱਟ ਹੀਟ ਬੋਡੀ ਦੇ ਵਿੱਚੋਂ ਫਲੋ ਕਰੇਗੀ। ਸੋ Q is directly proportional to T। And last is that it is inversely proportional to the distance between the faces। ਜਿੰਨੇ ਦੋ faces ਆਪਸ ਦੇ ਵਿੱਚ ਦੂਰ ਹੋਣਗੇ ਉਹਨਾਂ ਦਾ ਜਿਹੜਾ ਹੈਗਾ ਅਮਾਊਂਟ ਆਫ ਹੀਟ ਘੱਟ ਪਾਸ ਕਰੇਗੀ, ਜਿੰਨੇ ਉਹਨਾਂ ਦੇ ਡਿਸਟੈਂਸ ਨਜ਼ਦੀਕ ਹੋਣਗੇ ਉਨੀ ਹੀਟ ਉਹ ਜ਼ਿਆਦਾ ਪਾਸ ਕਰੇਗੀ। ਤੋ ਦਿਸ ਇਜ਼ Q is directly proportional to x1 upon x। ਤੋ ਸਾਡੇ ਕੋਲ ਸਾਰਿਆਂ ਨੂੰ ਕੰਬਾਈਨ ਕਰਕੇ ਚਾਰੋਂ ਫੈਕਟਰਸ ਨੂੰ ਰਿਲੇਸ਼ਨ ਬਣ ਜਾਂਦਾ ਹੈ। Q is directly proportional to A area, θ2 minus θ1 is the temperature difference, then T is the time and X is the distance between the two slabs। ठीक है बच्चों। तो साडे कोल रिलेशन बन गया Q is equal to K। K is coefficient of thermal
ਕੰਡਕਟਿਵ K ਜਿਹੜਾ ਕਾਂਸਟੈਂਟ ਹੈਗਾ ਹੈ ਉਹਨੂੰ ਆਪਾਂ ਕੀ ਕਹਿੰਦੇ ਹੈਗੇ ਹੈ ਕਾਂਸਟੈਂਟ ਇਜ਼ ਕਾਲਡ ਕੋਫੀਸ਼ੀਐਂਟ ਆਫ ਥਰਮਲ ਕੰਡਕਟਿਵਿਟੀ ठीक है बच्चों तो कोफिशिएंट ऑफ थर्मल कंडक्टिविटी साडी हैगी है K is defined as K is equal to x Q upon A theta 1 minus theta 2 into T इस रिलेशन चो ਆਪਾਂ K ਦੀ ਵੈਲਿਊ ਫਾਈਂਡ ਆਊਟ ਕਰ ਲੈਂਦੇ ਆ ਤੇ K ਸਾਡੇ ਕੋਲ ਆ ਜਾਂਦਾ ਹੈ ਇੰਨਾ ਤਾਂ K ਕਿਹਦੇ ਉੱਤੇ ਡਿਪੈਂਡ ਕਰਦਾ ਇਟ ਡਿਪੈਂਡਸ ਅਪਨ ਦਾ ਨੇਚਰ ਆਫ ਦਾ ਮਟੀਰੀਅਲ ਮੀਨਸ ਉਸ ਮਟੀਰੀਅਲ ਦੀ ਐਬਿਲਿਟੀ ਤੇ ਡਿਪੈਂਡ ਕਰਦਾ ਹੈਗਾ ਕਿ ਉਹ ਉਹਦੇ ਵਿੱਚੋਂ ਕਿੰਨੀ ਹੀਟ ਪਾਸ ਕਰ ਸਕਦੀ ਹੈਗੀ ਅਸੀਂ ਮੰਨ ਲੈਂਦੇ ਆ ਕਿ ਸਾਡੇ ਕੋਲ ਕੋਈ ਸਰਫੇਸ ਮਟੀਰੀਅਲ ਹੈਗਾ ਜਿਹਦਾ ਏਰੀਆ ਕਿੰਨਾ ਹੈਗਾ 1 ਮੀਟਰ ਸਕੁਅਰ ਤੇ ਉਹ ਦੋਨਾਂ ਜਿਹੜੇ ਫੇਸਿਸ ਹੈਗੇ ਆ ਉਹਨਾਂ ਦੇ ਵਿੱਚ ਟੈਂਪਰੇਚਰ डिफरेंस कितना हैगा 1 डिग्री सेंटीग्रेड और हीट जिहड़ी फ्लो करती पई हैगी है फ्रॉम फेस 1 टू फेस 2 इट इज फॉर टाइम 1 सेकेंड और दोनों फेसिस ਦੇ ਵਿੱਚ ਦਾ ਜਿਹੜਾ ਡਿਸਟੈਂਸ ਹੈਗਾ ਅਗਰ 1 ਮੀਟਰ ਹੈਗਾ ਤਾਂ ਸਾਡੇ ਕੋਲ ਰਿਲੇਸ਼ਨ ਕੀ ਆ ਜਾਂਦਾ ਹੈਗਾ K is equal to Q means thermal conductivity of a material coefficient of thermal conductivity किस तरह डिफाइन होएगी it is the quantity of heat that flows in 1 second through a unit cube of material when its opposite faces are maintained at a temperature difference of 1 degree centigrade यानी कि क्यूबॉइड या क्यूब ਦੇ ਜਿਹੜੇ opposite faces ਹੈਗੇ ਹੈ ਜਦ ਉਹਨਾਂ ਦੇ ਵਿੱਚ ਦਾ temperature difference ਕਿੰਨਾ ਹੋ ਜਾਏਗਾ डेल्टा T कितना हो जाएगा 1 डिग्री सेंटीग्रेड हो गया ठीक है और दोनों ਦੇ ਵਿੱਚ ਦਾ distance भी 1 मीटर हो गया एरिया भी ਉਹਦਾ 1 मीटर स्क्वायर हो गया ਤਾਂ ਜਿਹੜਾ ਕੋਫੀਸ਼ੀਐਂਟ ਆਫ ਥਰਮਲ ਕੰਡਕਟਿਵਿਟੀ ਆਪਣੀ ਅਮਾਉਂਟ ਆਫ ਹੀਟ ਫਲੋ ਦੇ ਬਰਾਬਰ ਹੋਏਗੀ ਔਰ ਟਾਈਮ ਕਿੰਨਾ ਲੈ ਰਹੇ ਹੈਗੇ ਆਪਾਂ 1 ਸੈਕਿੰਡ तो ਤੁਹਾਨੂੰ ਇਹ ਥਰਮਲ ਕੰਡਕਟਿਵਿਟੀ ਦੀ ਡੈਫੀਨੇਸ਼ਨ ਯਾਦ ਰੱਖਣੀ ਪੈਣੀ ਹੈ ਮੀਨਸ ਇਟ ਇਜ਼ ਦਾ ਕੁਆਂਟਿਟੀ of heat that flows in 1 second through a unit cube of material when its opposite faces are maintained at a temperature of 1 degree centigrade. फिर what is the unit of K ਦੀ ਯੂਨਿਟ ਕੀ ਹੋਏਗੀ ਯੂਨਿਟ ਆਫ K is ਅਗਰ ਆਪਾਂ ਫਾਰਮੂਲਾ ਦੇਖਦੇ ਹਾਂ ਤੇ ਇਹਦੇ ਵਿੱਚ ਕੀ ਆਂਦਾ ਹੈਗਾ x ਡਿਸਟੈਂਸ ਆਂਦਾ ਹੈ Q ਹੀਟ ਆਂਦੀ ਹੈਗੀ ਹੈ A ਏਰੀਆ ਆਂਦਾ ਹੈ ਔਰ θ1 θ2 ਟੈਂਪਰੇਚਰ ਡਿਫਰੈਂਸ ਹੈ ਔਰ T ਤੁਹਾਡੇ ਕੋਲ ਕੀ ਹੈਗਾ ਟਾਈਮ ਹੈਗਾ ਤਾਂ ਸਾਡੇ ਕੋਲ ਇਹ ਰਿਲੇਸ਼ਨ ਬਣ ਜਾਂਦਾ ਹੈ ਲੈਂਥ ਦੀ ਯੂਨਿਟ ਕੀ ਹੋ ਗਈ जब तुम एरिया लेंथ दे नाल इनू कट दोगे तुहाडे कोल एक यूनिट बन जूगी CGS यूनिट दैट इज कैलोरी पर सेंटीमीटर पर डिग्री सेंटीग्रेड पर सेकेंड और ऐसा ही यूनिट की बन जूगी जॉउल पर सेकेंड पर मीटर पर कैलविन और जॉउल पर सेकेंड ਨੂੰ ਆਪਾਂ ਵਾਟ ਵੀ ਕਹਿੰਦੇ ਹੈਗੇ ਆ ਤਾਂ ਵਾਟ ਪਰ ਮੀਟਰ ਪਰ ਕੈਲਵਿਨ ਇਜ਼ ਦਾ SI ਯੂਨਿਟ ਆਫ ਕੋਫੀਸ਼ੀਐਂਟ ਆਫ ਥਰਮਲ ਕੰਡਕਟਿਵਿਟੀ ਹੁਣ ਆਪਾਂ ਪੜ੍ਹਦੇ ਹੈਗੇ ਕਿ ਟੈਂਪਰੇਚਰ ਗ੍ਰੇਡੀਐਂਟ ਕੀ ਹੁੰਦਾ ਹੈ ਟੈਂਪਰੇਚਰ ਗ੍ਰੇਡੀਐਂਟ ਮੀਨਸ ਜਿਹੜਾ ਟੈਂਪਰੇਚਰ ਡਿਫਰੈਂਸ ਤੁਹਾਡਾ ਡੈਲਟਾ T ਆਇਆ ਹੈਗਾ ਮੀਨਸ ਡੈਲਟਾ थीटा या डेल्टा T ਜਿਹੜਾ ਹੈਗਾ ਉਹ that is the difference between the temperature of the two faces और ਉਹ ਕਿੰਨੇ distance apart ਹੈਗਾ x means ਜਿਹੜਾ ਇਹ delta theta change in temperature ਹੈ थीटा 2 minus थीटा 1 ਇਹ ਕਿੰਨੇ temperature ਦੇ distance ਦੇ ਉੱਤੇ ਆ ਰਿਹਾ ਹੈਗਾ x distance ਦੇ ਉੱਤੇ ਆ ਰਿਹਾ that is why it is called your temperature gradient theta 2 minus theta 1 means here temperature at 2 will be more than temperature at 1 ठीक है बच्चों तो ਤੁਹਾਡੇ ਕੋਲ ਕੀ ਆ ਗਿਆ ਥੀਟਾ ਬਾਈ ਇਸ ਚੀਜ਼ ਨੂੰ ਆਪਾਂ d ਥੀਟਾ ਬਾਈ dx ਨਾਲ ਰਿਪਲੇਸ ਕਰ ਸਕਦੇ ਹਾਂ ਤਾਂ ਸਾਡੇ ਕੋਲ ਕੀ ਆ ਜਾਊਗਾ ਆਪਾਂ ਇਹਨੂੰ ਥੀਟਾ 1 ਬਾਈ ਥੀਟਾ 2 ਵੀ ਲਿਖ ਸਕਦੇ ਹਾਂ ਬਿਕੋਜ਼ ਥੀਟਾ 1 ਇਜ਼ ਗ੍ਰੇਟਰ ਦੈਨ ਥੀਟਾ 2 ਹੀਟ ਜਿਹੜੀ ਫਲੋ ਕਰਦੀ ਹੈ ਫਰੋਮ ਹਾਇਰ ਟੈਂਪਰੇਚਰ ਟੂ ਲੋਅਰ ਟੈਂਪਰੇਚਰ ਤਾਂ ਸਾਡੇ ਕੋਲ ਕੀ ਆ ਗਿਆ Q is equal to KA d theta by dx into T और Q by T means कितनी heat rate of flow of heat Q is also called rate of flow of heat it is called rate
rate of flow ਮੀਨਸ ਕਿੰਨੀ ਹੀਟ ਕਿੰਨੇ ਟਾਈਮ ਦੇ ਵਿੱਚ ਫਲੋ ਕਰਦੀ ਹੈਗੀ ਹੈ ਇਸ ਚੀਜ਼ ਨੂੰ ਆਪਾਂ H ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ Q/T so Q/T is the rate of flow of heat and it is equal to Ka d theta by dx तो ਆਪਾਂ ਡਿਪੈਂਡਿੰਗ ਅਪਨ ਦਾ ਵੈਲਿਊ ਆਫ k ਦੀ ਕੀ ਵੈਲਿਊ ਹੋਏਗੀ ਆਪਾਂ ਮਟੀਰੀਅਲਸ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਹੈ ਵਨ ਇਜ਼ ਦਾ ਗੁੱਡ ਕੰਡਕਟਰ ਆਫ ਹੀਟ तो गुड कंडक्टर ऑफ हीट ਕਿਹੜੇ ਮਟੀਰੀਅਲ ਹੋਣਗੇ ਜਿਨ੍ਹਾਂ ਦੀ ਥਰਮਲ ਕੰਡਕਟਿਵਿਟੀ ਬਹੁਤ ਜ਼ਿਆਦਾ ਹੋਏਗੀ they have the large value that are called the good conductor ਜਿਨ੍ਹਾਂ ਦੀ thermal conductivity maximum ਹੋਏਗੀ maximum means for metals thermal conductivity ਦੀ value infinite ਹੋਏਗੀ ਬਹੁਤ ਜ਼ਿਆਦਾ ਬੜੀ ਹੋਏਗੀ and ਦੂਜੇ ਜਿਹੜੇ ਮਟੀਰੀਅਲ ਹੈਗੇ ਆ ਉਹ ਹੈਗੇ ਆ ਸਾਡੇ ਕੋਲ ਬੈਡ ਕੰਡਕਟਰ ਉਹ ਕਿਹੜੇ ਮਟੀਰੀਅਲ ਹੋਣਗੇ ਜਿਹੜੇ ਆਪਣੇ ਅੰਦਰੋਂ ਹੀਟ ਪਾਸ ਨਹੀਂ ਕਰ ਸਕਦੇ ਸੋ ਥਰਮਲ ਕੰਡਕਟਿਵਿਟੀ ਆਫ ਬੈਡ ਕੰਡਕਟਰ ਇਜ਼ ਸਮਾਲ ਔਰ ਲੋ ਔਰ ਆਪਾਂ ਇਹਨੂੰ ਅਪਰੋਕਸੀਮੇਟਲੀ 0 ਵੀ ਕਹਿ ਸਕਦੇ ਹਾਂ ਜਿਵੇਂ ਵੁੱਡ ਹੋ ਗਿਆ ਵੁੱਡ ਦੇ ਅੰਦਰੋਂ ਹੀਟ ਪਾਸ ਨਹੀਂ ਹੁੰਦੀ ਤਾਂ ਵੂਲ ਹੋ ਗਿਆ ਵੂਲ ਦੇ ਅੰਦਰੋਂ ਵੀ ਹੀਟ ਪਾਸ ਨਹੀਂ ਹੁੰਦੀ ਤਾਂ these are the bad conductor of ਹੀਟ ਹੁਣ ਤੁਸੀਂ ਨੂਮੈਰੀਕਲਸ ਕਿਵੇਂ ਸੋਲਵ ਕਰ ਸਕਦੇ ਹੋ ਜਿਵੇਂ ਮੰਨ ਲਓ ਸਾਡੇ ਕੋਲ ਹੈਗਾ a pound of water is covered with a layer of ice 4 centimeter thick and 20 meters square in area ਇੱਕ ice ਦੀ thickness ਕਿੰਨੀ ਹੈ 4 centimeter और ਉਹਦਾ area ਕਿੰਨਾ ਹੈਗਾ 20 meter square is the value of thermal conductivity K ਦੀ value ਤੁਹਾਨੂੰ ਦਿੱਤੀ ਹੋਈ ਹੈ ਉਹ ਕਹਿੰਦਾ find the amount of heat transmitted per hour ਇੱਕ ਘੰਟੇ ਦੇ ਵਿੱਚ ਕਿੰਨੀ ਹੀਟ ਟ੍ਰਾਂਸਮਿਟ ਹੋਏਗੀ ਕਿੱਥੋਂ from water up through ice water ਤੋਂ ice ਤੋਂ ਦੇ ਵਿੱਚੋਂ ਕਿੰਨੀ ਹੀਟ ਟ੍ਰਾਂਸਫਰ ਹੋਏਗੀ ਉਹ ਤੁਸੀਂ ਫਾਈਂਡ ਆਊਟ ਕਰਨਾ ਹੈ ਜਿਵੇਂ ਆ ਤੁਹਾਡਾ ਵਾਟਰ ਹੋ ਗਿਆ 0 ਡਿਗਰੀ ਸੈਂਟੀਗ੍ਰੇਡ ਤੇ ਆਈਸ ਤੁਹਾਡੀ -40 ਡਿਗਰੀ ਸੈਂਟੀਗ੍ਰੇਡ ਤੇ ਹੋਗੀ ਤਾਂ ਪਾਣੀ ਤੋਂ ਆਈਸ ਤੱਕ ਕਿੰਨੀ ਹੀਟ ਟ੍ਰਾਂਸਫਰ ਹੋਏਗੀ ਇੱਕ ਘੰਟੇ ਦੇ ਵਿੱਚ ਉਹ ਤੁਸੀਂ ਫਾਈਂਡ ਆਊਟ ਕਰਨੀ ਹੈ ਤਾਂ K ਦੀ ਵੈਲਿਊ ਤੁਹਾਨੂੰ ਗਿਵਨ ਹੈਗਾ ਟੈਂਪਰੇਚਰ ਫਸਟ ਵਾਟਰ ਦਾ ਲੈਵਲ ਕਿੰਨਾ ਹੈ 0 ਡਿਗਰੀ ਆਈਸ ਦਾ ਕਿੰਨਾ ਹੈ -40 ਡਿਗਰੀ ਤਾਂ ਏਰੀਆ ਕਿੰਨਾ ਦਿੱਤਾ ਹੋਇਆ 20 ਮੀਟਰ ਸਕੁਅਰ ਔਰ x ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ 4 ਸੈਂਟੀਮੀਟਰ ਤੁਸੀਂ ਇਹਦੇ ਮੀਟਰ ਬਣਾਓਗੇ ਮੀਨਸ 10 ਰੇਜ਼ਡ ਪਾਵਰ -2 ਦੇ ਨਾਲ ਤੁਸੀਂ ਇਹਨੂੰ ਮਲਟੀਪਲਾਈ ਕਰ ਦੋਗੇ ਤਾਂ ਤੁਹਾਡੇ ਕੋਲ ਕੀ ਬਣ ਜਾਣਗੇ ਮੀਟਰ ਤਾਂ ਆਵਰਸ ਟਾਈਮ ਕਿੰਨਾ ਹੈ 1 ਆਵਰ ਆਵਰ ਦੇ ਤੁਸੀਂ ਕੀ ਬਣਾਓਗੇ ਸੈਕਿੰਡਸ ਤਾਂ ਹੀਟ ਦਾ ਜਿਹੜਾ ਸਾਡਾ ਫਾਰਮੂਲਾ ਹੈ Q = KA θ1 - θ2 T upon x ਦੇ ਵਿੱਚ ਤੁਸੀਂ ਸਾਰੀ ਵੈਲਿਊਸ ਨੂੰ ਸਬਸਟੀਟਿਊਟ ਕਰੋਗੇ ਤਾਂ ਸਾਡੇ ਕੋਲ ਕਿੰਨੀ ਹੀਟ ਆ ਜਾਊਗੀ 216000 ਕਿਲੋ ਕੈਲੋਰੀ ਜਿਹੜੀ ਹੈਗੀ ਹੈ ਹੀਟ ਜਿਹੜੀ ਫਲੋ ਕਰੇਗੀ ਵਾਟਰ ਤੋਂ ਆਈਸ ਸਰਫੇਸ ਦੇ ਵਿੱਚ ਦੂਜਾ ਐਗਜ਼ਾਮਪਲ ਫੇਰ ਹੈਗਾ ਕਿ 4 ਮਿਲੀਮੀਟਰ ਥਿਕਨੈਸ ਹੈਗੀ ਹੈ ਔਰ ਟੈਂਪਰੇਚਰ ਡਿਫਰੈਂਸ ਉਹਨੇ 32 ਡਿਗਰੀ ਸੈਂਟੀਗ੍ਰੇਡ ਬਿਟਵੀਨ ਇਟਸ ਫੇਸਿਸ ਕੋਈ ਪਲੇਟ ਹੈਗੀ ਹੈ ਉਹਦੇ 4 ਮਿਲੀਮੀਟਰ ਦੀ ਥਿਕ ਹੈ ਉਹ ਕਹਿੰਦਾ ਹੈ ਇਟ ਟ੍ਰਾਂਸਮਿਟਸ ਐਨੀ ਹੀਟ ਥਰੂ ਐਨ ਏਰੀਆ ਆਫ 5 centimeter square calculate the thermal conductivity ਇੱਥੇ ਤੁਸੀਂ K ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਔਰ ਸਾਨੂੰ ਉਹਨੇ ਦੱਸੀ ਹੈਗੀ ਹੈ ਕਿੰਨੀ ਹੀਟ ਟ੍ਰਾਂਸਮਿਟ ਹੋ ਰਹੀ ਹੈ ਮੀਨਸ ਰੇਟ ਆਫ ਫਲੋ ਆਫ ਕੈਲੋਰੀ ਪਰ ਆਵਰ ਮੀਨਸ ਕਿੰਨੀ ਹੀਟ ਇੱਕ ਘੰਟੇ ਦੇ ਵਿੱਚ ਪਾਸ ਹੋ ਰਹੀ ਹੈ that is 200 ਕਿਲੋ ਕੈਲੋਰੀ ਪਰ ਆਵਰ ਤਾਂ ਇੱਕ ਸੈਕਿੰਡ ਦੇ ਵਿੱਚ ਕਿੰਨੀ ਹੋਏਗੀ ਤੁਸੀਂ ਸਾਨੂੰ ਕਿਲੋ ਕੈਲੋਰੀ ਦੀ ਕੈਲੋਰੀ ਨੂੰ ਜੌਲਸ ਚ ਕਨਵਰਟ ਕਰਾਂਗੇ ਆਪਾਂ 4.2 ਦੇ ਨਾਲ ਮਲਟੀਪਲਾਈ ਕਰਕੇ ਕਿਉਂਕਿ ਸਾਨੂੰ ਪਤਾ ਹੈ 1 ਕੈਲੋਰੀ = 4.2 ਜੌਲਸ ਠੀਕ ਹੈ ਬੱਚੋ ਐਸਆਈ ਯੂਨਿਟ ਚ ਆਨਸਰ ਕੱਢਣਾ ਹੈਗਾ ਤਾਂ ਤੁਹਾਨੂੰ ਸਾਰੀਆਂ ਜਿਹੜੀਆਂ ਤੁਹਾਡੀ ਫਿਜ਼ੀਕਲ ਕੁਆਂਟੀਟੀ ਆ ਉਹਨਾਂ ਦੀ ਯੂਨਿਟਸ ਐਸਆਈ ਦੇ ਵਿੱਚ ਕੱਢਣੀ ਹੋਏਗੀ ਤਾਂ ਤੁਹਾਡੇ ਕੋਲ 3600 ਸੈਕਿੰਡਸ ਦੇ ਵਿੱਚ ਆ ਗਿਆ ਤਾਂ ਇਹਦੀ ਵੈਲਿਊ ਜਿਹੜੀ ਤੁਹਾਡੀ ਆ ਜੌਲ ਪਰ ਸੈਕਿੰਡ ਦੇ ਵਿੱਚ ਆ ਗਈ ਹੁਣ ਮਿਲੀਮੀਟਰ ਦੇ ਅਗੇਨ ਅਸੀਂ ਮੀਟਰ ਬਣਾ ਲੈਣੇ ਹੈਗੇ ਆ ਸੈਂਟੀਮੀਟਰ ਸਕੁਅਰ ਏਰੀਆ ਹੈਗਾ ਉਹਦਾ ਫਿਰ ਮੀਟਰ ਦੇ ਵਿੱਚ ਤੁਸੀਂ ਕਨਵਰਟ ਕਰਨੇ ਆ ਤਾਂ ਤੁਹਾਨੂੰ ਯੂਨਿਟਸ ਪਤਾ ਹੋਣੀ ਚਾਹੀਦੀਆਂ ਕਿ 1 ਮੀਟਰ = 100 ਸੈਂਟੀਮੀਟਰ ਠੀਕ ਹੈ ਤਾਂ ਇਸ ਤਰ੍ਹਾਂ ਤੁਸੀਂ ਕਨਵਰਟ ਕਰ ਸਕਦੇ ਹੈਗੇ ਹੋ ਥੀਟਾ ਡਿਫਰੈਂਸ ਕਿੰਨਾ ਹੈ 32 ਡਿਗਰੀ ਤਾਂ ਡਾਇਰੈਕਟ ਫਾਰਮੂਲੇ ਦੇ ਵਿੱਚ ਤੁਸੀਂ ਸਬਸਟੀਟਿਊਟ ਕਰਦੇ ਹੈਗੇ ਹੋ ਤਾਂ ਤੁਹਾਡੇ ਕੋਲ K ਦੀ ਵੈਲਿਊ ਆ ਜਾਂਦੀ ਹੈਗੀ ਹੈ
58.33 ਮਿਲੀ watt per meter per degree centigrade. It means ਤੁਹਾਨੂੰ ਅਗਰ ਟੈਂਪਰੇਚਰ ਡਿਫਰੈਂਸ ਪਤਾ ਹੈਗਾ, ਟਾਈਮ ਪਤਾ ਹੈਗਾ, ਏਰੀਆ ਆਫ ਦਾ ਫੇਸਿਸ ਪਤਾ ਹੈ, ਤਾਂ ਕਿੰਨੀ ਹੀਟ ਉਸ ਮਟੀਰੀਅਲ ਦੇ ਵਿੱਚੋਂ ਪਾਸ ਕਰ ਸਕਦੀ ਹੈਗੀ ਹੈ, ਤੁਸੀਂ ਉਸ ਚੀਜ਼ ਨੂੰ ਕੱਢ ਸਕਦੇ ਹੋ। ਤਾਂ ਦਿਸ ਇਜ਼ ਕਾਲਡ ਦਾ ਥਰਮਲ ਕੰਡਕਟਿਵਿਟੀ। ਥੈਂਕ ਯੂ।